ਮੇਰੇ ਵਿਆਹ ਨੂੰ ਹਾਲੇ 3 ਮਹੀਨੇ ਵੀ ਨਹੀਂ ਹੋਏ ਸਨ ਕਿ ਮੈਨੂੰ ਆਪਣੀ ਘਰਵਾਲੀ ਦੇ ਮਰਨ ਦੀ ਬੁਰੀ ਖਬਰ ਮਿਲੀ। ਮੈਂ ਤਾਂ ਸੋਚ ਵੀ ਨਹੀਂ ਸਕਦਾ ਸੀ ਕਿ ਇੰਨਾ ਪਿਆਰ ਕਰਨ ਵਾਲੀ ਘਰਵਾਲੀ, ਜਿਸ ਨਾਲ ਖੁੱਲ੍ਹ ਕੇ ਹਜੇ ਮੈਂ ਦਿਲ ਦੀਆਂ ਗੱਲਾਂ ਵੀ ਨਹੀਂ ਕੀਤੀਆਂ ਸੀ, ਉਹ ਇਸ ਦੁਨੀਆ ਤੋਂ ਇੰਨੀ ਜਲਦੀ ਚਲੀ ਜਾਊਗੀ। ਮੈਂ ਉਸ ਦੀ ਮੁਹੱਬਤ ਨੂੰ ਪੂਰਾ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਛੱਡੀ। ਜਿੱਦਾਂ ਉਹ ਚਾਹੁੰਦੀ ਮੈਂ ਉੱਦਾਂ ਹੀ ਕਰਦਾ। ਪਰ ਜ਼ਿੰਦਗੀ ਨੇ ਵੱਡਾ ਜ਼ੁਲਮ ਮੇਰੇ ਤੇ ਕੀਤਾ ਕਿ ਮੇਰੀ ਘਰਵਾਲੀ ਭਰੀ ਜਵਾਨੀ 'ਚ ਮੈਨੂੰ ਛੱਡ ਕੇ ਚਲੀ ਗਈ। ਪਰ ਘਰਵਾਲੀ ਦੇ ਮਰਨ ਤੋਂ ਬਾਅਦ ਵੀ ਅਸਲ ਕਹਾਣੀ ਸ਼ੁਰੂ ਹੋਈ, ਜਿਹਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਤੇ ਸਾਰੇ ਰਿਸ਼ਤਿਆਂ ਦੀ ਪਛਾਣ ਕਰਵਾ ਦਿੱਤੀ। ਜਿੱਦਾਂ ਹੀ ਮੇਰੀ ਘਰਵਾਲੀ ਦੀ ਮਰਨ ਦੀ ਖਬਰ ਆਈ ਤਾਂ ਉਸ ਦੇ ਪੇਕੇ ਵਾਲੇ ਘਰ ਆ ਗਏ। ਉਸ ਦੀ ਮਾਂ ਮੈਨੂੰ ਤਾਨੇ ਦੇਣ ਲੱਗੀ ਕਿ ਤੂੰ ਸਾਡੀ ਧੀ ਨੂੰ ਮਾਰਿਆ। ਉਹ ਵਿਆਹ ਦੇ ਸਮੇਂ ਤਾਂ ਬਹੁਤ ਖੁਸ਼ ਸੀ। ਉਸਨੇ ਸਾਨੂੰ ਕਿਹਾ ਕਿ ਹੁਣ ਉਸ ਘਰ ਤੋਂ ਹੀ ਅਰਥੀ ਨਿਕਲੇਗੀ ਤੇ ਤੂੰ ਤਾਂ ਉਹਦੀ ਸੱਚ ਵਿੱਚ ਹੀ ਅਰਥੀ ਕੱਢ ਦਿੱਤੀ। ਤੈਨੂੰ ਜ਼ਰਾ ਵੀ ਸ਼ਰਮ ਨਹੀਂ ਆਈ ਉਸ ਤੇ ਜ਼ੁਲਮ ਕਰਦੇ ਹੋਏ। ਉਹ ਕੁਝ ਵੀ ਨਹੀਂ ਬੋਲੀ ਤੇ ਦਮ ਘੁੱਟ-ਘੁੱਟ ਕੇ ਮਰ ਗਈ। ਮੈਂ ਹੁਣ ਉਹਨਾਂ ਨੂੰ ਕੀ ਸਮਝਾਉਂਦਾ ਕਿ ਮੈਂ ਤਾਂ ਉਸ ਨਾਲ ਕੋਈ ਸੰਬੰਧ ਵੀ ਨਹੀਂ ਬਣਾ ਸਕਿਆ ਸੀ। ਮੈਂ ਉਸ ਤੇ ਕੀ ਜ਼ੁਲਮ ਕਰਦਾ। ਹਾਲੇ ਤਾਂ ਸਾਡਾ ਦੋਨਾਂ ਦਾ ਰਿਸ਼ਤਾ ਬਹੁਤ ਜਿਹਾ ਨਾਜ਼ੁਕ ਸੀ। ਮੈਂ ਚਾਹ ਕੇ ਵੀ ਉਸ ਦੇ ਕੋਲ ਨਹੀਂ ਜਾ ਸਕਿਆ। ਉਹ ਇਸ ਕਦਰ ਸ਼ਰਮਾਉਂਦੀ ਸੀ ਕਿ ਮੈਂ ਉਸ ਨਾਲ ਗੱਲ ਕਰਦਾ ਤਾਂ ਉਹ ਮੂੰਹ ਫੇਰ ਲੈਂਦੀ। ਇਸੇ ਤਰ੍ਹਾਂ ਸਾਨੂੰ 3 ਮਹੀਨੇ ਲੰਘ ਗਏ ਸੀ। ਪਤਾ ਹੀ ਨਾ ਚੱਲਿਆ। ਮੁਸੀਬਤ ਤਾਂ ਹੁਣ ਮੇਰੇ ਸਿਰ ਤੇ ਆਈ, ਜਦੋਂ ਮੇਰੀ ਸੱਸ ਕਹਿ ਰਹੀ ਸੀ ਮੇਰੀ ਧੀ ਤੇ ਕੀਤੇ ਇੱਕ-ਇੱਕ ਜ਼ੁਲਮ ਦਾ ਤੈਨੂੰ ਹਿਸਾਬ ਦੇਣਾ ਪਊਗਾ। ਇਸ ਤੋਂ ਵੀ ਬਿਨਾਂ ਇੱਕ ਵੱਡਾ ਹਾਦਸਾ ਹੋਇਆ ਜਿਸ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ। ਘਰਵਾਲੀ ਦੇ ਪੇਕੇ ਕਹਿ ਰਹੇ ਸੀ ਕਿ ਅਸੀਂ ਲਾਸ਼ ਆਪਣੇ ਘਰ ਲੈ ਕੇ ਜਾਵਾਂਗੇ ਤੇ ਆਪਣੇ ਹੀ ਕਬਰਸਤਾਨ ਵਿੱਚ ਦਫਨ ਕਰਾਂਗੇ, ਜਦੋਂ ਕਿ ਮੇਰੇ ਘਰ ਵਾਲੇ ਕਹਿ ਰਹੇ ਸੀ ਕਿ ਹੁਣ ਇਹ ਸਾਡੀ ਜ਼ਿੰਮੇਵਾਰੀ ਸੀ, ਇਸ ਲਈ ਉਸ ਨੂੰ ਇੱਥੇ ਹੀ ਦਫਨਾਉਣਾ ਜਾਊਗਾ। ਪਰ ਉਸ ਦੇ ਪੇਕਿਆਂ ਵਿੱਚੋਂ ਇੱਕ ਆਦਮੀ ਜਿੱਦ ਕਰ ਰਿਹਾ ਸੀ, ਕਿਸੇ ਵੀ ਸੂਰਤ ਵਿੱਚ ਅਸੀਂ ਆਪਣੀ ਧੀ ਨੂੰ ਇੱਥੇ ਦਫਨ ਨਹੀਂ ਕਰਾਂਗੇ। ਤੁਸੀਂ ਜਿਉਂਦੇ ਜੀ ਉਸ ਤੇ ਕਿੰਨਾ ਜ਼ੁਲਮ ਕੀਤਾ, ਉਸ ਨੂੰ ਮਾਰ ਕੇ ਇੱਥੇ ਨਹੀਂ ਛੱਡ ਸਕਦੇ। ਖੈਰ, ਕੁਝ ਨਾ ਕੁਝ ਕਰਕੇ ਉਹ ਲੋਕ ਉਸ ਦੀ ਲਾਸ਼ ਨੂੰ ਉੱਥੋਂ ਲੈ ਕੇ ਚਲੇ ਗਏ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਪਰ ਮੇਰੀ ਘਰਵਾਲੀ ਸੀ, ਚਾਹੇ ਉਹ ਜਿੱਥੇ ਵੀ ਦਫਨ ਕੀਤੀ ਜਾਂਦੀ, ਮੇਰੀ ਉਸ ਨਾਲ ਮੁਹੱਬਤ ਸੀ। ਮੈਂ ਵੀ ਉਸ ਦੇ ਨਾਲ ਹੀ ਚਲਾ ਗਿਆ। ਮੈਂ ਆਪਣੀ ਘਰਵਾਲੀ ਨੂੰ ਦਫਨ ਕਰਦੇ ਸਮੇਂ ਬਹੁਤ ਪਰੇਸ਼ਾਨ ਸੀ। ਮੈਨੂੰ ਜਦੋਂ ਕਬਰ 'ਚ ਉਤਾਰਿਆ ਤਾਂ ਮੈਂ ਆਪਣੀ ਮੌਤ ਨੂੰ ਯਾਦ ਕਰ ਰਿਹਾ ਸੀ ਤੇ ਚਾਹ ਕੇ ਵੀ ਆਪਣੀ ਘਰਵਾਲੀ ਦੇ ਨਾਲ ਨਹੀਂ ਜਾ ਸਕਦਾ ਸੀ। ਫਿਰ ਮੈਨੂੰ ਕਿਸੇ ਨੇ ਪਿੱਛੋਂ ਧੱਕਾ ਦਿੱਤਾ। ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਉਹੀ ਆਦਮੀ ਖੜਾ ਸੀ ਜਿਸਨੇ ਮੇਰੀ ਘਰਵਾਲੀ ਦਾ ਜਨਾਜ਼ਾ ਉੱਥੇ ਲਿਜਾਣ ਦੀ ਜਿੱਦ ਕੀਤੀ ਸੀ। ਉਹ ਕਹਿਣ ਲੱਗਿਆ ਕਿ ਹੁਣ ਤੂੰ ਵੀ ਇੱਥੇ ਹੀ ਪੈਣਾ ਹੈ, ਇੱਥੋਂ ਬਾਹਰ ਨਿਕਲ। ਉਸ ਦਾ ਅੰਦਾਜ਼ ਬਹੁਤ ਹੀ ਨਫ਼ਰਤ ਵਾਲਾ ਸੀ। ਮੈਂ ਪਿੱਛੇ ਹੋ ਗਿਆ ਤੇ ਜਲਦੀ ਨਾਲ ਕਬਰ ਨੂੰ ਬੰਦ ਕਰ ਦਿੱਤਾ ਗਿਆ। ਹੁਣ ਉਹ ਆਦਮੀ ਸਭ ਨੂੰ ਕਹਿਣ ਲੱਗਿਆ, ਹੁਣ ਇੱਥੇ ਤਮਾਸ਼ਾ ਨਾ ਕਰੋ, ਸਭ ਲੋਕ ਆਪਣੇ ਆਪਣੇ ਘਰ ਜਾਓ ਤੇ ਤੁਸੀਂ ਹੁਣ ਕੀ ਇੱਥੇ ਮੀਆਂ ਬੀਬੀ ਦਾ ਮਾਤਮ ਮਨਾਉਂਦੇ ਰਹੋਗੇ। ਘਰਵਾਲੀ ਦਾ ਮਾਤਮ ਕਰਦੇ ਕਰਦੇ ਇਸ ਦੁਨੀਆ ਤੋਂ ਚਲੇ ਜਾਓਗੇ। ਆਪਣੇ ਘਰ ਨੂੰ ਜਾ ਤੇ ਆਪਣੇ ਘਰ ਵਾਲਿਆਂ ਨੂੰ, ਆਪਣੀ ਮਾਂ ਨੂੰ ਸਮਾਂ ਦੇ। ਉਸ ਦੀਆਂ ਕੌੜੀਆਂ ਗੱਲਾਂ ਤੋਂ ਮੈਂ ਬਹੁਤ ਪਰੇਸ਼ਾਨ ਸੀ, ਪਰ ਕੀ ਕਰਦਾ, ਇਹ ਮੌਕਾ ਹੀ ਇਦਾਂ ਦਾ ਸੀ। ਮੈਂ ਕਿਸੇ ਨੂੰ ਕੀ ਕਹਿੰਦਾ। ਮੈਂ ਚੁੱਪਚਾਪ ਆਪਣੇ ਘਰ ਵਾਪਸ ਆ ਗਿਆ। ਮੇਰਾ ਦਿਲ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ। ਮੈਂ ਘਰ ਆ ਕੇ ਆਪਣੇ ਕਿਸੇ ਦੋਸਤ ਨੂੰ ਫੋਨ ਕਰਨ ਲੱਗਿਆ ਸੀ, ਪਰ ਜਦੋਂ ਮੈਂ ਆਪਣੀ ਜੇਬ ਵਿੱਚ ਹੱਥ ਪਾਇਆ ਤਾਂ ਮੇਰਾ ਫੋਨ ਨਹੀਂ ਸੀ। ਇਹ ਦੇਖ ਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮੈਂ ਬਹੁਤ ਪਰੇਸ਼ਾਨ ਹੋ ਗਿਆ। ਸੋਚਿਆ ਕਿ ਸ਼ਾਇਦ ਮੋਬਾਈਲ ਕਿਤੇ ਰਾਸਤੇ ਵਿੱਚ ਗਿਰ ਗਿਆ। ਫਿਰ ਮੈਨੂੰ ਯਾਦ ਆਇਆ ਕਿ ਜਦੋਂ ਮੈਂ ਕਬਰਸਤਾਨ 'ਚੋਂ ਬਾਹਰ ਆਇਆ ਸੀ ਤਾਂ ਮੇਰੀ ਜੇਬ ਬਹੁਤ ਹਲਕੀ ਸੀ। ਉਸ ਵਕਤ ਇੰਨਾ ਮਹਿਸੂਸ ਨਹੀਂ ਕਰ ਸਕਿਆ। ਸਮਝ ਨਹੀਂ ਆਇਆ ਕਿ ਕਿਵੇਂ ਆਪਣਾ ਮੋਬਾਈਲ ਮੈਂ ਉੱਥੇ ਭੁੱਲ ਆਇਆ ਸੀ। ਮੋਬਾਈਲ ਤੋਂ ਬਿਨਾਂ ਤਾਂ ਜ਼ਿੰਦਗੀ ਗੁਜ਼ਾਰੀ ਨਹੀਂ ਜਾ ਸਕਦੀ, ਇਹ ਤਾਂ ਤੁਸੀਂ ਲੋਕ ਸਭ ਜਾਣਦੇ ਹੀ ਹੋ। ਮੈਂ ਘਰੋਂ ਨਿਕਲਿਆ ਤਾਂ ਜਲਦੀ ਨਾਲ ਕਬਰਸਤਾਨ ਪਹੁੰਚਿਆ ਜਿੱਥੇ ਮੇਰੀ ਘਰਵਾਲੀ ਨੂੰ ਦਫਨ ਹੋਈ ਸੀ। ਪਹੁੰਚਦੇ ਹੀ ਮੇਰੀ ਨਜ਼ਰ ਪੂਰੇ ਕਬਰਸਤਾਨ ਤੇ ਪਈ, ਪਰ ਮੈਨੂੰ ਆਪਣਾ ਫੋਨ ਕਿਤੇ ਨਜ਼ਰ ਨਹੀਂ ਆਇਆ। ਮੈਂ ਇੱਧਰ ਉੱਧਰ ਦੇਖਣ ਤੋਂ ਬਾਅਦ ਉੱਥੇ ਖੜਾ ਸੀ ਤੇ ਇੱਕ ਬੁੱਢਾ ਆਦਮੀ ਮੇਰੇ ਕੋਲ ਆਇਆ। ਉਸਨੇ ਕਿਹਾ, ਕੀ ਲੱਭ ਰਿਹਾ ਹੈ ਪੁੱਤ? ਸ਼ਾਇਦ ਉਸ ਕਬਰਸਤਾਨ 'ਚ ਧਿਆਨ ਰੱਖਣ ਵਾਲਾ ਸੀ। ਮੈਂ ਕਿਹਾ, ਚਾਚਾ ਜੀ, ਮੈਂ ਸ਼ਾਇਦ ਇੱਥੇ ਆਪਣਾ ਫੋਨ ਭੁੱਲ ਗਿਆ, ਉਹੀ ਲੱਭ ਰਿਹਾ ਹਾਂ। ਉਹਨਾਂ ਕਿਹਾ, ਕਿਤੇ ਤੂੰ ਆਪਣਾ ਫੋਨ ਕਬਰ ਵਿੱਚ ਤਾਂ ਨਹੀਂ ਗੇਰਿਆ ਆ? ਉਹਨਾਂ ਨੇ ਮੈਨੂੰ ਬੜੀ ਹੈਰਾਨੀ ਨਾਲ ਪੁੱਛਿਆ ਸੀ। ਮੈਂ ਕਿਹਾ, ਹਾਂਜੀ, ਹੋ ਸਕਦਾ। ਅਸਲ ਵਿੱਚ ਜਦੋਂ ਮੈਂ ਕਬਰ ਗਿਆ ਸੀ ਤਾਂ ਮੈਨੂੰ ਕਿਸੇ ਨੇ ਉੱਥੋਂ ਹਟਾਉਣ ਲਈ ਮੇਰੀ ਕਮੀਜ਼ ਫੜ ਕੇ ਖਿੱਚੀ ਸੀ। ਲੱਗਦਾ ਮੇਰਾ ਮੋਬਾਈਲ ਵਿੱਚ ਹੀ ਗਿਰ ਗਿਆ। ਮੈਨੂੰ ਕਬਰ ਖੁੱਦਣੀ ਪੈਣੀ ਹੈ। ਉਹਨਾਂ ਨੇ ਕਿਹਾ, ਤੌਬਾ ਕਰੋ ਮੀਆਂ, ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ? ਆਦਮੀ ਆਪਣੇ ਕੰਨਾਂ ਨੂੰ ਹੱਥ ਲਾਉਣ ਲੱਗਾ ਤੇ ਇੱਕ ਚੰਦ ਹਜ਼ਾਰ ਦੇ ਮੋਬਾਈਲ ਲਈ ਤੂੰ ਅੱਲਾ ਦਾ ਇੰਨਾ ਵੱਡਾ ਕਾਨੂੰਨ ਤੋੜੇਗਾ? ਕਬਰ ਅੱਲਾ ਦੀ ਹੱਦ ਹੁੰਦੀ ਹੈ। ਖਬਰਦਾਰ ਜੇ ਤੂੰ ਉਸ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ, ਤੇਰੀ ਘਰਵਾਲੀ ਦੇ ਸਾਰੇ ਘਰ ਵਾਲੇ ਆ ਜਾਣਗੇ ਤੇ ਉਹ ਤੈਨੂੰ ਜਿਉਂਦਾ ਨਹੀਂ ਛੱਡਣਗੇ। ਤੂੰ ਇਹ ਬਿਲਕੁਲ ਨਾ ਕਰੀ ਤੇ ਉਹ ਇਹ ਸੋਚਣਗੇ ਕਿ ਤੂੰ ਉਹਨਾਂ ਦੀ ਧੀ ਨੂੰ ਮਾਰਿਆ ਹੈ। ਮੈਂ ਸੁਣ ਕੇ ਹੈਰਾਨ ਸੀ
ਕਿ ਉਸ ਆਦਮੀ ਨੂੰ ਮੇਰੇ ਬਾਰੇ ਕਿੱਦਾਂ ਪਤਾ ਸੀ ਕਿ ਮੇਰੀ ਘਰਵਾਲੀ ਹੈ ਤੇ ਉਸ ਦੇ ਘਰਵਾਲੇ ਮੇਰੇ ਤੋਂ ਨਾਰਾਜ਼ ਨੇ ਅਤੇ ਇਹ ਕੀ ਮੇਰੀ ਘਰਵਾਲੀ ਦੇ ਪੇਕਿਆਂ ਦਾ ਕਬਰਸਤਾਨ ਹੈ। ਸ਼ਹਿਰਾਂ ਵਿੱਚ ਤਾਂ ਅਜਿਹੀਆਂ ਗੱਲਾਂ ਨਹੀਂ ਹੁੰਦੀਆਂ ਤੇ ਨਾ ਹੀ ਕੀਤੀਆਂ ਜਾਂਦੀਆਂ ਨੇ। ਕੋਈ ਦੂਜੇ ਖਾਨਦਾਨ ਦੇ ਬਾਰੇ ਜਾਣਦਾ ਹੈ, ਪਰ ਕਬਰ ਖੋਦਣ ਵਾਲਾ ਸੀ ਜਿਸ ਨੂੰ ਹਰ ਗੱਲ ਪਤਾ ਸੀ। ਮੈਂ ਬਹੁਤ ਹੈਰਾਨ ਸੀ ਪਰ ਚੁੱਪ ਸੀ। ਉਸ ਵਕਤ ਗਮ ਹੀ ਇੰਨਾ ਸੀ ਕਿ ਜਲਦੀ ਨਾਲ ਮੈਂ ਘਰ ਆ ਗਿਆ। ਘਰ ਆ ਕੇ ਮੈਂ ਇਹ ਗੱਲ ਆਪਣੀ ਮਾਂ ਨੂੰ ਦੱਸੀ। ਮਾਂ ਕਹਿਣ ਲੱਗੀ, ਪੁੱਤ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੀ ਗੱਲ ਹੈ? ਤੂੰ ਏਦਾਂ ਕਰ, ਦੂਜਾ ਮੋਬਾਈਲ ਲੈ ਆ। ਪਰੇਸ਼ਾਨ ਹੁੰਦਾ ਫਿਰੇਂਗਾ, ਬਿਨਾਂ ਮੋਬਾਈਲ ਤੇਰਾ ਦਿਲ ਵੀ ਨਹੀਂ ਲੱਗਣਾ, ਤੂੰ ਹੋਰ ਪਰੇਸ਼ਾਨ ਹੋਏਗਾ। ਆਪਣਾ ਧਿਆਨ ਬਦਲਣ ਦੀ ਕੋਸ਼ਿਸ਼ ਕਰ। ਮੈਂ ਤੈਨੂੰ ਪੈਸੇ ਦਿੰਨੀ ਆ, ਤੂੰ ਜਾ ਕੇ ਮੋਬਾਈਲ ਲੈ ਲੈ। ਮੈਂ ਕਿਹਾ, ਮਾਂ ਉਸ ਨੰਬਰ ਤੇ ਮੇਰੇ ਕਾਫੀ ਸਾਰੇ ਜਾਣਨ ਵਾਲੇ ਸੀ। ਖੈਰ ਚਲੋ, ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਇਦਾਂ ਹੀ ਕਰਾਂਗਾ। ਤੁਸੀਂ ਮੈਨੂੰ ਪੈਸੇ ਦੇ ਦਿਓ, ਤੁਹਾਨੂੰ ਮੈਂ 1 ਮਹੀਨੇ ਬਾਅਦ ਵਾਪਸ ਕਰ ਦਾਂਗਾ। ਮੇਰੀ ਮਾਂ ਨੇ ਮੈਨੂੰ ਪੈਸੇ ਦਿੱਤੇ ਤੇ ਮੈਂ ਫੋਨ ਲੈ ਆਇਆ ਤੇ ਮੈਂ ਆਪਣੇ ਕੋਲ ਇੱਕ ਸਿਮ ਵੀ ਰੱਖ ਲਈ ਸੀ। ਇੱਕ ਅਜਿਹਾ ਹਾਦਸਾ ਹੋਇਆ ਜਿਸ ਨੇ ਮੈਨੂੰ ਬਹੁਤ ਬੇਚੈਨੀ ਵਿੱਚ ਪਾ ਦਿੱਤਾ। ਰਾਤ ਦੇ 12 ਵਜੇ ਸੀ। ਮੇਰੇ ਫੋਨ ਤੇ ਸਿਗਨਲ ਨਹੀਂ ਆ ਰਿਹਾ ਸੀ। ਅਚਾਨਕ ਸਿਗਨਲ ਆਏ ਤਾਂ ਮੈਂ ਪਹਿਲੇ ਨੰਬਰ ਤੇ ਫੋਨ ਮਿਲਾਇਆ। ਉਹ ਪੁਰਾਣਾ ਨੰਬਰ ਸੀ, ਸ਼ਾਇਦ ਮੈਂ ਸਿਗਨਲ ਚੈੱਕ ਕਰਨ ਲਈ ਅਜਿਹਾ ਕਰ ਰਿਹਾ ਸੀ। ਮੇਰਾ ਖਿਆਲ ਸੀ ਮੇਰਾ ਮੋਬਾਈਲ ਕਬਰ ਵਿੱਚ ਰਹਿ ਗਿਆ ਤੇ ਹੁਣ ਉਹ ਖਤਮ ਹੋ ਗਿਆ ਹੋਣਾ, ਬੰਦ ਹੋ ਗਿਆ ਹੋਣਾ, ਕਿਉਂਕਿ ਫੋਨ ਦੀ ਚਾਰਜਿੰਗ ਵੀ ਜ਼ਿਆਦਾ ਨਹੀਂ ਸੀ। ਪਰ ਜਦੋਂ ਮੈਂ ਫੋਨ ਮਿਲਾਇਆ ਤਾਂ ਉਸ ਤੇ ਬੈਲ ਵੱਜੀ। ਇਹ ਸੁਣ ਕੇ ਮੇਰੇ ਰੌਂਗਟੇ ਖੜੇ ਹੋ ਗਏ। ਮੈਨੂੰ ਅਜੀਬ ਡਰ ਲੱਗਣ ਲੱਗਿਆ। ਮੇਰਾ ਮੋਬਾਈਲ ਕਬਰ ਵਿੱਚ ਸੀ ਤੇ ਬੈਲ ਜਾ ਰਹੀ ਸੀ। ਅਗਲੇ ਹੀ ਪਲ ਜੋ ਹੋਇਆ ਉਸਨੇ ਮੈਨੂੰ ਹੈਰਾਨ ਕਰ ਦਿੱਤਾ। ਮੇਰਾ ਫੋਨ ਕਿਸੇ ਨੇ ਚੁੱਕ ਲਿਆ। ਹੈਰਾਨੀ ਦੀ ਤਾਂ ਉਦੋਂ ਹੱਦ ਹੋ ਗਈ ਜਦੋਂ ਕਿਸੇ ਨੇ ਚੁੱਕਿਆ। ਮੈਂ ਆਪਣੀ ਮਾਂ ਨੂੰ ਸਭ ਕੁਝ ਦੱਸਿਆ। ਮੇਰੀ ਮਾਂ ਨੇ ਕਿਹਾ, ਇਹ ਤੂੰ ਕੀ ਕਹਿ ਰਿਹਾ ਹੈ? ਮਾਂ ਨੇ ਪੁੱਛਿਆ, ਤੂੰ ਹੁਣ ਇਸ ਸਮੇਂ ਕਿੱਥੇ ਜਾ ਰਿਹਾ? ਮੈਂ ਕਿਹਾ, ਮਾਂ ਮੈਂ ਆਪਣੀ ਘਰਵਾਲੀ ਦੀ ਕਬਰ ਤੇ ਜਾ ਰਿਹਾ ਹਾਂ। ਉਸਨੇ ਕਿਹਾ, ਕੀ ਹੋ ਗਿਆ ਤੈਨੂੰ? ਤੂੰ ਪਹਿਲਾਂ ਬਹਾਨਾ ਬਣਾ ਕੇ ਗਿਆ ਸੀ, ਹੁਣ ਕਿਹੜੀ ਆਫਤ ਆ ਗਈ ਰਾਤ ਦੇ ਸਮੇਂ ਜੋ ਤੂੰ ਉਸ ਦੀ ਕਬਰ ਤੇ ਜਾ ਰਿਹਾ ਹੈ? ਮੈਂ ਕਿਹਾ, ਮਾਂ ਮੈਨੂੰ ਜਾਣਾ ਹੀ ਪੈਣਾ। ਇਹ ਕਹਿ ਕੇ ਮੈਂ ਘਰੋਂ ਨਿਕਲ ਗਿਆ। ਮੈਂ ਨਹੀਂ ਜਾਣਦਾ ਸੀ ਕਿ ਮੇਰੀ ਮਾਂ ਮੇਰੇ ਪਿੱਛੋਂ ਕਿੰਨੀ ਪਰੇਸ਼ਾਨ ਹੋਊਗੀ ਤੇ ਮੇਰੇ ਦਿਲ ਵਿੱਚ ਸਿਰਫ ਇੱਕ ਹੀ ਖਿਆਲ ਚੱਲ ਰਿਹਾ ਸੀ ਕਿ ਉਹ ਮੇਰੀ ਘਰਵਾਲੀ ਦਾ ਖਿਆਲ ਸੀ, ਕਿਉਂਕਿ ਜੋ ਕੁਝ ਮੈਂ ਸੁਣਿਆ ਸੀ ਉਸ ਤੋਂ ਬਾਅਦ ਮੈਂ ਚੁੱਪ ਤਾਂ ਨਹੀਂ ਰਹਿ ਸਕਦਾ ਸੀ। ਮੇਰੀ ਪੂਰੀ ਜ਼ਿੰਮੇਵਾਰੀ ਬਣਦੀ ਸੀ ਕਿ ਮੈਂ ਉਸ ਮਾਮਲੇ ਦੀ ਪੂਰੀ ਜਾਂਚ ਕਰਾਂ। ਇਸ ਲਈ ਮੈਂ ਆਪਣੀ ਘਰਵਾਲੀ ਦੀ ਕਬਰ ਤੇ ਪਹੁੰਚ ਗਿਆ। ਪਰ ਜਿੱਦਾਂ ਹੀ ਅੰਦਰ ਕਦਮ ਰੱਖਿਆ ਉਹੀ ਆਦਮੀ ਮੇਰੇ ਕੋਲ ਆਇਆ ਤੇ ਕਹਿਣ ਲੱਗਿਆ, ਤੂੰ ਬਾਰ-ਬਾਰ ਇੱਥੇ ਕੀ ਲੱਭਣ ਆਉਣਾ ਹੈ? ਮੈਨੂੰ ਦੇਖ ਕੇ ਗੁੱਸੇ 'ਚ ਬੋਲਿਆ। ਮੈਂ ਕਿਹਾ, ਤੁਸੀਂ ਚੁੱਪ ਕਰੋ। ਇਹ ਬਾਰ-ਬਾਰ ਮੈਨੂੰ ਕਿਉਂ ਸਵਾਲ ਕਰਦੇ ਹੋ ਕਿ ਮੈਂ ਇੱਥੇ ਕੀ ਕਰਨ ਆਇਆ ਹਾਂ? ਉਸਨੇ ਮੈਨੂੰ ਕਿਹਾ, ਮੇਰੇ ਨਾਲ ਹਮਦਰਦੀ ਹੈ। ਮੈਂ ਹਮਦਰਦੀ 'ਚ ਪੁੱਛ ਰਿਹਾ ਹਾਂ। ਇਸ ਕਬਰ ਦਾ ਪਤਾ ਹੈ? ਮੈਂ ਇੱਥੇ ਕਬਰ ਖੋਦਣ ਵਾਲਾ ਹਾਂ। ਇਹ ਮੇਰੀ ਜ਼ਿੰਮੇਵਾਰੀ ਹੈ, ਇਸ ਲਈ ਮੈਂ ਪੁੱਛਿਆ ਹੈ। ਕੋਈ ਦਿੱਕਤ ਹੈ ਤਾਂ ਮੈਨੂੰ ਦੱਸ, ਮੈਂ ਉਸ ਸਭ ਗੱਲ ਦਾ ਤੇਰੇ ਲਈ ਹੱਲ ਕਰ ਦੇਵਾਂ। ਮੈਂ ਜਦੋਂ ਉਸਨੂੰ ਗੱਲ ਦੱਸੀ ਤਾਂ ਗੱਲ ਸੁਣਦੇ ਹੀ ਉਸ ਦੇ ਚਿਹਰੇ ਦਾ ਰੰਗ ਅਜੀਬ ਹੋ ਗਿਆ। ਉਹ ਇਸ ਮਾਮਲੇ 'ਚ ਕੁਝ ਨਹੀਂ ਜਾਣਦਾ ਸੀ, ਪਰ ਉਸਨੇ ਕਿਹਾ, ਮੈਂ ਇੱਕ ਗੱਲ ਜ਼ਰੂਰ ਕਹਾਂਗਾ। ਉਸ ਦਾ ਸੰਬੰਧ ਤੇਰੀ ਘਰਵਾਲੀ ਤੋਂ ਹੈ ਤੇ ਤੇਰੀ ਘਰਵਾਲੀ ਦੀ ਕਬਰ ਨਹੀਂ। ਤੂੰ ਆਪਣੀ ਘਰਵਾਲੀ ਦੇ ਘਰ ਜਾ ਤੇ ਉਸ ਦਾ ਪਤਾ ਕਰ, ਤੈਨੂੰ ਆਪੇ ਸਮਝ ਆ ਜਾਊਗੀ। ਜੇ ਮੈਂ ਕੁਝ ਬੋਲਾਂਗਾ ਤਾਂ ਕਿਆਮਤ ਹੋ ਜਾਣੀ ਹੈ। ਇਸ ਲਈ ਮੈਂ ਆਪਣੇ ਆਪ ਨੂੰ ਗੁਨੇਗਾਰ ਨਹੀਂ ਕਰਨਾ ਚਾਹੁੰਦਾ। ਅਕਲਮੰਦ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈ। ਉਸ ਦੀ ਗੱਲ ਸੁਣ ਕੇ ਕਿਹਾ ਕਿ ਉਹ ਮੈਨੂੰ ਪੂਰੀ ਗੱਲ ਨਹੀਂ ਦੱਸਣਾ ਚਾਹੁੰਦਾ। ਸ਼ਾਇਦ ਮੇਰੀ ਘਰਵਾਲੀ ਦੇ ਘਰਦਿਆਂ ਨੇ ਉਸ ਨੂੰ ਪੈਸੇ ਦਿੱਤੇ ਹੋਣ ਜਾਂ ਫਿਰ ਕੋਈ ਹੋਰ ਗੱਲ ਹੋਊਗੀ ਜਿਸ ਕਰਕੇ ਉਹ ਮੈਨੂੰ ਪੂਰੀ ਗੱਲ ਨਹੀਂ ਦੱਸ ਪਾ ਰਿਹਾ ਸੀ। ਮੈਂ ਆਪਣੀ ਘਰਵਾਲੀ ਦੀ ਕਬਰ ਤੋਂ ਹੋ ਕੇ ਉਸ ਦੇ ਘਰ ਗਿਆ, ਪਰ ਮੈਂ ਘਰ ਦੇ ਦਰਵਾਜ਼ੇ ਨੂੰ ਖੜਕਾਇਆ ਨਹੀਂ। ਸਿੱਧਾ ਅੰਦਰ ਚਲਾ ਗਿਆ ਤੇ ਦੇਖਿਆ ਕਿ ਬਹੁਤ ਸਾਰੇ ਲੋਕ ਕਮਰੇ ਵਿੱਚ ਬੈਠੇ ਗੱਲਾਂ ਕਰ ਰਹੇ ਸੀ ਤੇ ਘਰ ਦਾ ਬਾਹਰ ਵਾਲਾ ਹਿੱਸਾ ਬਿਲਕੁਲ ਖਾਲੀ ਸੀ। ਉੱਥੇ ਕੋਈ ਵੀ ਨਹੀਂ ਸੀ। ਇਸ ਲਈ ਮੈਂ ਜਾਂਦਾ ਹੋਇਆ ਉਸ ਕਮਰੇ ਦੇ ਨੇੜੇ ਪਹੁੰਚ ਗਿਆ ਜਿੱਥੇ ਉਹ ਗੱਲਾਂ ਕਰ ਰਹੇ ਸੀ। ਮੈਂ ਦੇਖਿਆ ਸਭ ਦੇ ਚਿਹਰੇ ਗੁੱਸੇ 'ਚ ਸੀ। ਲੱਗਦਾ ਸੀ ਜਿੱਦਾਂ ਉਹ ਮੈਨੂੰ ਮਾਰ ਦੇਣਗੇ। ਉਹ ਇਹ ਗੱਲ ਕਰ ਰਹੇ ਸੀ ਕਿ ਮੇਰੀ ਘਰਵਾਲੀ ਦੇ ਬਾਰੇ ਵਿੱਚ ਹੀ, ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕੀ ਗੱਲਾਂ ਕਰ ਰਹੇ ਨੇ, ਕਿ ਉਹ ਉਸ ਦਿਨ ਦਾ ਗੁੱਸਾ ਕਿਉਂ ਕਰ ਰਹੇ ਸੀ। ਉਸ ਸਮੇਂ ਮੇਰੇ ਹੱਥ ਕਿਸੇ ਚੀਜ਼ ਨੂੰ ਲੱਗਿਆ ਤਾਂ ਉਹ ਟੁੱਟ ਗਈ। ਸਭ ਦਾ ਧਿਆਨ ਮੇਰੇ ਵੱਲ ਆ ਗਿਆ। ਉਹ ਲੋਕ ਮੈਨੂੰ ਦੇਖਣ ਲੱਗੇ ਕਿ ਜਿੱਦਾਂ ਮੈਂ ਉਸ ਘਰ ਵਿੱਚ ਚੋਰੀ ਕਰ ਲਈ ਹੋਵੇ। ਉਹਨਾਂ ਨੇ ਕਿਹਾ, ਬੇਟਾ ਤੂੰ ਇੱਥੇ ਕਦੋਂ ਆਇਆ ਤੇ ਕਿਉਂ ਆਇਆ? ਮੇਰੀ ਸੱਸ ਨੇ ਮੈਨੂੰ ਪੁੱਛਿਆ। ਮੈਂ ਕਿਹਾ, ਮਾਂ ਜੀ ਮੈਂ ਤੁਹਾਨੂੰ ਇਹ ਦੱਸਣ ਲਈ ਆਇਆ ਹਾਂ। ਮੈਂ ਆਪਣੀ ਸੱਸ ਵੱਲ ਉਮੀਦ ਭਰੀ ਨਜ਼ਰ ਨਾਲ ਦੇਖਿਆ। ਹਾਂ ਬੇਟਾ ਆਓ, ਦੱਸੋ, ਤੇਰਾ ਹੀ ਇੰਤਜ਼ਾਰ ਸੀ। ਮੈਂ ਕਿਹਾ, ਮੇਰਾ ਇੰਤਜ਼ਾਰ? ਪਰ ਕਿਉਂ? ਮੈਂ ਆਪਣੀ ਸੱਸ ਨੂੰ ਪੁੱਛਿਆ। ਉਸਨੇ ਕਿਹਾ, ਬਸ ਬੇਟਾ ਹਾਲਾਤ ਹੀ ਕੁਝ ਇਦਾਂ ਦੇ ਨੇ, ਕੀ ਕਰੀਏ? ਤੈਨੂੰ ਤਾਂ ਪਤਾ ਅਸੀਂ ਇੱਕ ਮਾਮੂਲੀ ਖਾਨਦਾਨ ਤੋਂ ਸੰਬੰਧ ਰੱਖਦੇ ਹਾਂ। ਮੇਰਾ ਭਾਣਜਾ ਕੱਲ੍ਹ ਤੋਂ ਨਹੀਂ ਆ ਰਿਹਾ। ਉਹ ਇਦਾਂ ਗਾਇਬ ਹੋਇਆ ਕਿ ਮੇਰੀ ਭੈਣ ਵੀ ਪਰੇਸ਼ਾਨ ਹੋ ਗਈ। ਕਹਿੰਦੀ ਹੈ ਕਿ ਆਪਣੇ ਜਮਾਈ ਨੂੰ ਕਹਿ ਕੇ ਮੇਰੇ ਭਾਣਜੇ ਨੂੰ ਲੱਭ ਦੇ, ਵਰਨਾ ਮੈਂ ਮਰ ਜਾਊਂਗੀ। ਮੇਰਾ ਇੱਕ ਹੀ ਜਵਾਨ ਪੁੱਤ ਸੀ, ਉਹ ਵੀ ਨਾ ਰਿਹਾ ਤਾਂ ਮੈਂ ਜੀ ਕੇ ਕੀ ਕਰਾਂਗੀ? ਤੂੰ ਤਾਂ ਜਾਣਦਾ ਹੈ ਸਾਡੀ ਨਾਰਾਜ਼ਗੀ ਚੱਲ ਰਹੀ ਸੀ। ਅਜਿਹੇ ਮੌਕੇ ਤੇ ਅਸੀਂ ਦੋਨੋਂ ਖਾਨਦਾਨ ਇੱਕ ਦੂਜੇ ਦੇ ਨੇੜੇ ਹਾਂ। ਇਹ ਸੁਣ ਕੇ ਮੈਂ ਆਪਣਾ ਦੁੱਖ ਭੁੱਲ ਗਿਆ। ਮੈਂ ਕਿਹਾ, ਠੀਕ ਹੈ ਮਾਂ, ਮੈਂ ਤੁਹਾਡਾ ਕੰਮ ਕਰਵਾ ਦਊਂਗਾ, ਪਰ ਮੈਂ ਤੁਹਾਨੂੰ ਕੁਝ ਦੱਸਣ ਆਇਆ ਸੀ। ਉਸਨੇ ਕਿਹਾ, ਬੇਟਾ ਇਹ ਮਸਲੇ ਚੱਲਦੇ ਹੀ ਰਹਿੰਦੇ ਨੇ। ਮੇਰੀ ਸੱਸ ਨੇ ਮੇਰੀ ਗੱਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ ਤੇ ਕਿਹਾ, ਪਹਿਲਾਂ ਤੂੰ ਮੇਰਾ ਕੰਮ ਕਰਵਾ,
ਉਸ ਤੋਂ ਬਾਅਦ ਤੂੰ ਜੋ ਕਹੇਂਗਾ ਮੈਂ ਉਹੀ ਕਰਾਂਗੀ। ਨਾਲ ਬਹਿਸ ਨਹੀਂ ਕਰਨਾ ਚਾਹੁੰਦਾ ਸੀ। ਮੈਂ ਉੱਥੋਂ ਇੱਕ ਹੋਰ ਜ਼ਿੰਮੇਵਾਰੀ ਲੈ ਕੇ ਵਾਪਸ ਆਪਣੇ ਘਰ ਆ ਗਿਆ। ਮੈਂ ਆਪਣੀ ਘਰਵਾਲੀ ਦੀ ਕਬਰ ਖੋਦਣਾ ਚਾਹੁੰਦਾ ਸੀ। ਮੈਂ ਉਸ ਦੀ ਕਬਰ ਖੋਦ ਕੇ ਆਪਣੀ ਤਸੱਲੀ ਕਰ ਲਵਾਂ ਇੱਕ ਵਾਰੀ, ਕਿਉਂਕਿ ਜੋ ਕੁਝ ਮੈਂ ਸੁਣਿਆ ਸੀ ਉਹ ਮੈਂ ਹੀ ਜਾਣਦਾ ਸੀ। ਉਸ ਦੇ ਬਾਅਦ ਮੇਰਾ ਦਿਲ ਅਜੀਬ ਹੋ ਗਿਆ ਸੀ। ਮੈਂ ਚਾਹੁੰਦਾ ਸੀ ਕਿ ਮੈਂ ਆਪਣੀ ਘਰਵਾਲੀ ਦੀ ਕਬਰ ਨੂੰ ਖੋਦਾਂ। ਇਸ ਦੀ ਮੈਨੂੰ ਕੋਈ ਇਜਾਜ਼ਤ ਨਹੀਂ ਦਊਗਾ ਤੇ ਨਾ ਹੀ ਕੋਈ ਮੇਰੀ ਇਸ ਗੱਲ ਤੇ ਯਕੀਨ ਕਰ ਰਿਹਾ ਸੀ। ਇਸ ਲਈ ਮੈਂ ਸੋਚ ਰਿਹਾ ਸੀ ਕਿ ਜੋ ਕੁਝ ਕਰੂੰਗਾ ਮੈਂ ਆਪ ਹੀ ਕਰੂੰਗਾ। ਰਾਤ ਦੇ 2 ਵਜੇ ਮੈਂ ਕਬਰਸਤਾਨ ਜਾਣ ਦਾ ਫੈਸਲਾ ਕਰ ਲਿਆ ਤੇ ਆਪਣੀ ਘਰਵਾਲੀ ਦੀ ਕਬਰ ਖੋਦਣ ਲਈ ਲੱਗ ਗਿਆ। 2 ਵਜੇ ਸੀ, ਘਰ ਦੇ ਸਭ ਲੋਕ ਸੌਂ ਰਹੇ ਸੀ। ਮੈਂ ਜਾਣਦਾ ਸੀ ਉਹ ਕਬਰ ਖੋਦਣ ਵਾਲਾ ਜੋ ਮੈਨੂੰ ਬਾਰ-ਬਾਰ ਮਨਾ ਕਰ ਰਿਹਾ ਸੀ ਉਹ ਵੀ ਇਸ ਵਕਤ ਨਹੀਂ ਜਾਗ ਰਿਹਾ ਹੋਊਗਾ। ਉਸ ਨੂੰ ਤਾਂ ਲੱਗਦਾ ਹੋਊਗਾ ਕਿ ਮੈਂ ਥੱਕ ਹਾਰ ਕੇ ਚੁੱਪ ਬੈਠ ਜਾਵਾਂਗਾ, ਪਰ ਮੈਂ ਚੁੱਪ ਬੈਠਣ ਵਾਲਿਆਂ ਵਿੱਚੋਂ ਨਹੀਂ ਸੀ। ਇੰਨੀ ਵੱਡੀ ਗੱਲ ਹੋਈ ਸੀ, ਮੈਂ ਕਿੱਦਾਂ ਚੁੱਪ ਰਹਿੰਦਾ। ਮੈਂ ਜਾ ਕੇ ਸਾਰਾ ਇੰਤਜ਼ਾਮ ਪੂਰਾ ਕਰ ਲਿਆ ਸੀ। ਤਕਰੀਬਨ 2:30 ਵਜੇ ਮੈਂ ਕਬਰ ਨੂੰ ਖੋਦਣਾ ਸ਼ੁਰੂ ਕਰ ਦਿੱਤਾ। ਕਬਰ ਦੀ ਮਿੱਟੀ ਬਹੁਤ ਹੀ ਨਰਮ ਸੀ। ਏਦਾਂ ਲੱਗਦਾ ਸੀ ਜਿੱਦਾਂ ਕਬਰ ਨੂੰ ਕੁਝ ਦੇਰ ਪਹਿਲਾਂ ਹੀ ਬੰਦ ਕੀਤਾ ਹੋਵੇ। ਮੈਂ ਜਲਦੀ-ਜਲਦੀ ਮਿੱਟੀ ਪਰੇ ਕੀਤੀ। ਪੱਥਰ ਨੂੰ ਹਟਾਉਣ ਲਈ 5 ਮਿੰਟ ਤੋਂ ਜ਼ਿਆਦਾ ਵਕਤ ਨਾ ਲੱਗਿਆ। ਉਸ ਵਕਤ ਮੇਰੇ 'ਚ ਇੰਨਾ ਜੋਸ਼ ਸੀ, ਮੈਂ ਵੱਡੇ ਤੋਂ ਵੱਡਾ ਪੱਥਰ ਉਖਾੜ ਸਕਦਾ ਸੀ। ਮੈਂ ਪੱਥਰ ਨੂੰ ਹਟਾਇਆ ਤੇ ਜਦੋਂ ਕਬਰ ਨੂੰ ਦੇਖਿਆ ਮੇਰੇ ਤਾਂ ਪਸੀਨੇ ਹੀ ਛੁੱਟ ਗਏ। ਮੈਂ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਸੀ, ਇਸ ਕਦਰ ਪਰੇਸ਼ਾਨ ਸੀ। ਸਮਝ ਨਹੀਂ ਆ ਰਿਹਾ ਸੀ ਕੀ ਕਰਾਂ, ਹੱਸਾਂ ਜਾਂ ਫਿਰ ਰੋਵਾਂ। ਆਪਣੀ ਘਰਵਾਲੀ ਦੀ ਮੌਤ ਦਾ ਮਾਤਮ ਮਨਾਵਾਂ, ਕਿਉਂਕਿ ਸਾਹਮਣੇ ਕਬਰ ਖਾਲੀ ਸੀ। ਕਬਰ ਵਿੱਚ ਨਾ ਘਰਵਾਲੀ ਸੀ ਤੇ ਨਾ ਹੀ ਉਸ ਦਾ ਕਫਨ ਤੇ ਨਾ ਹੀ ਮੇਰਾ ਫ਼ੋਨ। ਮੈਂ ਤਾਂ ਆਪਣਾ ਫ਼ੋਨ ਲੱਭਣ ਆਇਆ ਸੀ, ਪਰ ਇੱਕ ਨਵਾਂ ਹੀ ਕਿੱਸਾ ਖੁੱਲ੍ਹ ਗਿਆ ਸੀ। ਅਸਲ ਜਦੋਂ ਮੈਂ ਆਪਣਾ ਫ਼ੋਨ ਕੰਨ ਨੂੰ ਲਾਇਆ ਸੀ ਤਾਂ ਕਿਸੇ ਨੇ ਮੇਰਾ ਫ਼ੋਨ ਚੁੱਕਿਆ। ਮੈਨੂੰ ਇਸ ਗੱਲ ਤੋਂ ਲੱਗਿਆ ਜਿੱਦਾਂ ਮੇਰਾ ਫ਼ੋਨ ਕਬਰ 'ਚ ਨਹੀਂ ਬਲਕਿ ਚੋਰੀ ਹੋ ਗਿਆ। ਪਰ ਜਦੋਂ ਮੈਂ ਅਗਲੀ ਗੱਲ ਸੁਣੀ ਉਸ ਨੇ ਤਾਂ ਮੈਨੂੰ ਹੈਰਾਨ ਹੀ ਕਰ ਦਿੱਤਾ। ਕੁਝ ਦੇਰ ਬਾਅਦ ਅਜਿਹੀ ਆਵਾਜ਼ ਸੁਣੀ। ਮੇਰੇ ਕੰਨਾਂ ਵਿੱਚ ਮੇਰੀ ਘਰਵਾਲੀ ਦੀ ਆਵਾਜ਼ ਸੀ ਕਿ ਜਦੋਂ ਤੱਕ ਮੈਂ ਉਸ ਦੇ ਨਾਮ ਦਾ ਦਾਨ ਪੁੰਨ ਨਹੀਂ ਕਰਦਾ ਤਾਂ ਉਸ ਦੀ ਰੂਹ ਇੱਦਾਂ ਹੀ ਤੜਫਦੀ ਰਹੇਗੀ। ਸ਼ਾਇਦ ਮੈਂ ਇਹ ਗੱਲ ਸੁਣ ਕੇ ਬੇਵਕੂਫ ਬਣ ਜਾਂਦਾ, ਪਰ ਮੈਂ ਸੋਚਣ ਲੱਗਿਆ ਕਿ ਫਰਿਸ਼ਤੇ ਤਾਂ ਕਦੀ ਵੀ ਉਰਦੂ ਜ਼ੁਬਾਨ ਵਿੱਚ ਗੱਲ ਨਹੀਂ ਕਰ ਸਕਦੇ। ਉਹ ਤਾਂ ਮੈਂ ਸੁਣਿਆ ਕਿ ਅਰਬੀ ਵਿੱਚ ਗੱਲ ਕਰਦੇ ਨੇ, ਤਾਂ ਫਿਰ ਇਹ ਕਿੱਦਾਂ ਹੋ ਸਕਦਾ? ਫਰਿਸ਼ਤੇ ਦੀ ਆਵਾਜ਼ ਮੈਨੂੰ ਫ਼ੋਨ ਤੇ ਸੁਣ ਜਾਵੇ, ਇਹ ਚੀਜ਼ ਕੋਈ ਡਰਾਮਾ ਹੈ। ਇਹ ਸੱਚਾਈ ਨਹੀਂ ਹੋ ਸਕਦੀ। ਬਹੁਤ ਸਾਰੇ ਲੋਕਾਂ ਨੇ ਕਬਰ ਵਿੱਚ ਕੈਮਰੇ ਤੇ ਮਾਈਕ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਪਰ ਅੱਜ ਤੱਕ ਕਿਸੇ ਫਰਿਸ਼ਤੇ ਦੀ ਆਵਾਜ਼ ਕਿਸੇ ਇਨਸਾਨ ਦੇ ਕੰਨਾਂ ਵਿੱਚ ਨਹੀਂ ਪੈਂਦੀ ਸੀ। ਇਹ ਅੱਲਾ ਦਾ ਇੱਕ ਰਾਜ ਹੈ ਤੇ ਅੱਲਾ ਹੀ ਜਾਣਦਾ ਹੈ। ਇੱਦਾਂ ਨਹੀਂ ਹੋ ਸਕਦਾ ਸੀ ਕਿਸੇ ਕਬਰਸਤਾਨ ਵਿੱਚੋਂ ਫਰਿਸ਼ਤੇ ਦੀ ਆਵਾਜ਼ ਕੋਈ ਇਨਸਾਨ ਸੁਣ ਸਕੇ। ਬਸ ਉਦੋਂ ਹੀ ਮੈਨੂੰ ਸ਼ੱਕ ਪੈ ਗਿਆ ਸੀ ਤੇ ਮੈਂ ਆਪਣੀ ਘਰਵਾਲੀ ਦੀ ਕਬਰ ਖੋਦਣ ਦੀ ਠਾਣ ਲਈ ਸੀ। ਫਿਰ ਜਦੋਂ ਮੈਂ ਕਬਰ ਖੋਦੀ ਉੱਥੇ ਮੈਨੂੰ ਕੁਝ ਵੀ ਨਾ ਮਿਲਿਆ। ਹੁਣ ਮੈਂ ਆਪਣੀ ਘਰਵਾਲੀ ਦੇ ਘਰਦਿਆਂ ਕੋਲ ਗਿਆ। ਮੈਂ ਕਿਹਾ, ਤੁਹਾਡੀ ਧੀ ਕਬਰ ਵਿੱਚ ਨਹੀਂ। ਮੇਰੇ ਸਹੁਰੇ ਮੇਰੇ ਤੇ ਗੁੱਸਾ ਕਰਨ ਲੱਗੇ ਕਿ ਅਜਿਹੀਆਂ ਗੱਲਾਂ ਕਰਨ ਦਾ ਕੀ ਮਤਲਬ ਹੈ। ਉਸ ਦੇ ਭਰਾ ਤਾਂ ਮੈਨੂੰ ਮਾਰਨ ਲਈ ਆ ਰਿਹਾ ਸੀ। ਉਹ ਇਸ ਕਦਰ ਉੱਚੀ ਆਵਾਜ਼ ਵਿੱਚ ਗੱਲ ਕਰ ਰਿਹਾ ਸੀ ਕਿ ਹੁਣ ਮੈਂ ਇਹਨਾਂ ਤੋਂ ਡਰਨ ਲੱਗਿਆ ਤੇ ਮੈਂ ਕਿਹਾ, ਤੁਹਾਨੂੰ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ। ਕਦੀ ਵੀ ਆਪਣੀ ਘਰਵਾਲੀ ਲਈ ਬੁਰਾ ਨਹੀਂ ਮੈਂ ਸੋਚ ਸਕਦਾ। ਇਹ ਗੱਲ ਉਹਨਾਂ ਲੋਕਾਂ ਨੂੰ ਕੌਣ ਸਮਝਾਵੇ? ਉਹਨਾਂ ਨੂੰ ਤਾਂ ਮੈਂ ਕਸਾਈ ਲੱਗਦਾ ਸੀ ਤੇ ਉਸ ਸਮੇਂ ਜੱਲਾਦ ਲੱਗ ਰਿਹਾ ਸੀ। ਮੈਂ ਆਪਣੀ ਘਰਵਾਲੀ ਦੇ ਘਰਦਿਆਂ ਨਾਲ ਬਹੁਤ ਜ਼ਿਆਦਾ ਬਹਿਸ ਕਰਨਾ ਸਹੀ ਨਾ ਸਮਝਿਆ, ਕਿਉਂਕਿ ਉਹ ਤਾਂ ਲੜਨ ਨੂੰ ਤਿਆਰ ਬੈਠੇ ਸੀ। ਮੈਂ ਇਹੋ ਜਿਹੇ ਲੋਕਾਂ ਨਾਲ ਕਿੰਨੀ ਵੀ ਗੱਲ ਕਰਦਾ, ਪਰ ਉਹ ਨਾ ਸੁਣਦੇ। ਮੈਂ ਉੱਥੋਂ ਵਾਪਸ ਆ ਗਿਆ। ਸਭ ਤੋਂ ਪਹਿਲਾਂ ਆਪਣੀ ਸੱਸ ਦੇ ਭਾਣਜੇ ਨੂੰ ਲੱਭਣਾ ਸ਼ੁਰੂ ਕੀਤਾ। ਉਸ ਨੂੰ ਲੱਭਣ ਲਈ ਜੋ ਮੈਂ ਕਿਹਾ ਸੀ, ਬਾਕੀ ਕੰਮ ਛੱਡ ਕੇ ਮੈਂ ਉਸ ਨੂੰ ਲੱਭਣਾ ਚਾਹੁੰਦਾ ਸੀ, ਕਿਉਂਕਿ ਮੈਨੂੰ ਆਪਣੀ ਘਰਵਾਲੀ ਦੀ ਉਸ ਕਜ਼ਨ ਤੇ ਬਹੁਤ ਸ਼ੱਕ ਸੀ। ਉਹ ਵੀ ਉਸੇ ਦਿਨ ਤੋਂ ਹੀ ਗਾਇਬ ਸੀ ਜਿਸ ਦਿਨ ਦੀ ਮੇਰੀ ਘਰਵਾਲੀ ਮਰੀ ਸੀ। ਮੈਂ ਇਹ ਪੁੱਛਦਾ ਉੱਥੋਂ ਨਿਕਲਿਆ ਤੇ ਬੱਸ ਅੱਡੇ ਤੇ ਪਹੁੰਚਿਆ ਤੇ ਜਾ ਕੇ ਮੈਂ ਆਪਣੀ ਸੱਸ ਦੇ ਭਾਣਜੇ ਬਾਰੇ ਦੱਸਿਆ ਤਾਂ ਮੈਨੂੰ ਉੱਥੇ ਇੱਕ ਆਦਮੀ ਨੇ ਇੱਕ ਗੱਲ ਦੱਸੀ। ਉਹ ਸਵੇਰੇ-ਸਵੇਰੇ ਇੱਥੋਂ ਨਿਕਲਿਆ ਹੈ। ਇਹ ਗੱਲ ਕੋਈ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਨਹੀਂ ਸੀ। ਉਸ ਦਾ ਪਤਾ ਲੱਭਦੇ-ਲੱਭਦੇ ਮੈਂ ਉੱਥੋਂ ਤੱਕ ਕਿੱਦਾਂ ਪਹੁੰਚਾ, ਇਹ ਇੱਕ ਅਲੱਗ ਕਹਾਣੀ ਹੈ। ਉਹ ਇੱਕ ਛੋਟੀ ਜਿਹੀ ਤੰਗ ਗਲੀ ਵਿੱਚ ਕਿਰਾਏ ਦੇ ਮਕਾਨ ਤੇ ਰਹਿੰਦਾ ਸੀ। ਅੱਜ ਉਸ ਨੂੰ ਲੱਭਦੇ ਹੋਏ ਮੈਨੂੰ 1 ਹਫ਼ਤਾ ਹੋ ਗਿਆ ਸੀ। ਹਫ਼ਤੇ ਬਾਅਦ ਜਦ ਮੈਂ ਉਸ ਦੀ ਗਲੀ ਵਿੱਚ ਉਸ ਦੇ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੇਰੇ ਦਿਲ ਵਿੱਚ ਬਹੁਤ ਸਵਾਲ ਸੀ। ਉਹ ਪਹਿਲਾਂ ਮੇਰੇ ਕੁਝ ਸਵਾਲ ਸੀ ਤਾਂ ਮੇਰੇ ਦਿਲ ਵਿੱਚ ਹੋਰ ਵੀ ਆ ਰਹੇ ਸੀ। ਇਹ ਸਭ ਉਸ ਨੂੰ ਮੈਂ ਪੁੱਛਣਾ ਚਾਹੁੰਦਾ ਸੀ। ਜਿੱਦਾਂ ਹੀ ਦਰਵਾਜ਼ਾ ਖੁੱਲ੍ਹਿਆ ਮੈਂ ਦੇਖਿਆ ਸਾਹਮਣੇ ਕੋਈ ਨਹੀਂ ਬਲਕਿ ਮੇਰੀ ਘਰਵਾਲੀ ਖੜੀ ਸੀ। ਮੈਂ ਤਾਂ ਕਿਸੇ ਹੋਰ ਨੂੰ ਲੱਭਣ ਆਇਆ ਸੀ। ਮੈਨੂੰ ਦੇਖਦੇ ਹੀ ਉਸ ਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਉਸ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਤੇ ਪਿੱਛੇ ਨੂੰ ਭੱਜਣ ਲੱਗੀ। ਮੈਂ ਉਸ ਦੀ ਬਾਂਹ ਫੜ ਕੇ ਉਸ ਨੂੰ ਘਸੀਟਣਾ ਸ਼ੁਰੂ ਕਰ ਦਿੱਤਾ ਤਾਂ ਉਹ ਚਿল্ਲਾਉਣ ਲੱਗੀ। ਸ਼ਾਇਦ ਗਲੀ ਵਾਲਿਆਂ ਦੇ ਸਾਹਮਣੇ ਮੈਨੂੰ ਇੱਕ ਗਲਤ ਆਦਮੀ ਸਾਬਤ ਕਰਨਾ ਚਾਹੁੰਦੀ ਸੀ। ਮੈਂ ਉਸ ਨੂੰ ਚੁੱਪ ਕਰਵਾ ਦਿੱਤਾ ਕਿ ਮੇਰੀ ਘਰਵਾਲੀ ਹੈ ਤੇ ਮੈਂ ਉਸ ਨੂੰ ਇੱਥੇ ਛੱਡ ਕੇ ਨਹੀਂ ਜਾ ਸਕਦਾ। ਸਭ ਲੋਕ ਹੈਰਾਨ ਸੀ। ਮੇਰੀ ਘਰਵਾਲੀ ਦੇ ਚਿਹਰੇ ਤੇ ਬਹੁਤ ਸ਼ਰਮਿੰਦਗੀ ਸੀ। ਮੈਂ ਉਸ ਨੂੰ ਲਿਆ ਕੇ ਗਲੀ ਸੁੱਟਿਆ ਤੇ ਪੁੱਛਿਆ, ਤੂੰ ਇੱਥੇ ਕੀ ਕਰ ਰਹੀ ਹੈ? ਤੂੰ ਤਾਂ ਮਰ ਗਈ ਸੀ। ਉਹ ਰੋਣ ਲੱਗੀ ਤੇ ਕਹਿਣ ਲੱਗੀ, ਅੱਲਾ ਲਈ ਮੈਨੂੰ ਮਾਫ਼ ਕਰ ਦੇ। ਮੈਂ ਉਸ ਨੂੰ ਕਿਹਾ, ਤੂੰ ਅੱਲਾ ਦਾ ਨਾਂ ਲੈ ਕੇ ਉਸ ਨੂੰ ਵੀ ਨਾਰਾਜ਼ ਕੀਤਾ ਹੈ ਤੇ ਇਹ ਰਾਸਤਾ ਬਣਾਇਆ ਹੈ। ਹੁਣ ਦੱਸ ਤੇਰੀ ਕੀ ਸਜ਼ਾ ਹੈ?
ਮੇਰੀ ਘਰਵਾਲੀ ਮੈਨੂੰ ਹੱਥ ਜੋੜ ਕੇ ਮਾਫ਼ੀ ਮੰਗਣ ਲੱਗੀ। "ਪਹਿਲਾਂ ਇੱਕ ਵਾਰ ਤੁਸੀਂ ਮੇਰੀ ਗੱਲ ਸੁਣ ਲਓ, ਫਿਰ ਮੈਂ ਤੁਹਾਨੂੰ ਸਭ ਕੁਝ ਸੱਚ ਦੱਸਾਂਗੀ। ਜੇ ਤੁਹਾਨੂੰ ਯਕੀਨ ਨਾ ਆਇਆ, ਫਿਰ ਤੁਸੀਂ ਜੋ ਕਹੋਗੇ ਮੈਂ ਉਹੀ ਕਰੂੰਗੀ।" ਮੇਰੀ ਘਰਵਾਲੀ ਦੀ ਜਦੋਂ ਮੈਂ ਕਹਾਣੀ ਸੁਣਨੀ ਸ਼ੁਰੂ ਕੀਤੀ ਤਾਂ ਚੁੱਪ ਕਰ ਗਿਆ। ਉਹਨੂੰ ਕੀ ਸਜ਼ਾ ਦਿੰਦਾ? ਉਸਨੇ ਦੱਸਿਆ, ਜਦੋਂ ਵੱਡੀ ਹੋਈ ਤਾਂ ਉਸਦੇ ਘਰ ਵਿੱਚੋਂ ਉਸਦੇ ਖਾਨਦਾਨ ਵਾਲਿਆਂ ਦਾ ਆਉਣਾ-ਜਾਣਾ ਰਹਿੰਦਾ ਸੀ। ਉਸਦਾ ਇੱਕ ਕਜ਼ਨ ਸੀ ਜੋ ਉਸਦੀ ਖਾਲਾ ਦਾ ਮੁੰਡਾ ਸੀ, ਅਕਸਰ ਉਸਦੇ ਘਰ ਆਉਂਦਾ ਜਾਂਦਾ ਸੀ। ਉਹ ਉਸਨੂੰ ਮਾਡਲਿੰਗ ਕਰਵਾਉਣ ਲਈ ਦੂਜੇ ਸ਼ਹਿਰ ਲਿਜਾਵੇਗਾ। ਉਹ ਹਮੇਸ਼ਾ ਉਸਨੂੰ ਇਹੀ ਕਹਿੰਦਾ ਸੀ ਕਿ ਉਹ ਬਹੁਤ ਪੈਸੇ ਕਮਾਊਗੀ ਤੇ ਮਸ਼ਹੂਰ ਹੋ ਜਾਊਗੀ, ਘਰ ਦੀ ਗਰੀਬੀ ਵੀ ਖਤਮ ਕਰ ਦੂਗੀ। ਤੇ ਮੈਂ ਉਸ ਦੀਆਂ ਗੱਲਾਂ ਵਿੱਚ ਆ ਗਈ ਤੇ ਉਸ ਦੇ ਨਾਲ ਚਲੀ ਗਈ। ਦੂਜੇ ਸ਼ਹਿਰ ਜਾ ਕੇ ਉਸਨੇ ਮੈਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ, ਨਾਲ ਹੀ ਮੇਰੀਆਂ ਬਹੁਤ ਫੋਟੋਆਂ ਵੀ ਬਣਵਾ ਲਈਆਂ। ਇੰਨੀਆਂ ਫੋਟੋਆਂ ਬਣਾ ਲਈਆਂ ਸੀ ਕਿ ਮੇਰੀ ਮਜਬੂਰੀ ਹੋ ਗਈ ਉਸ ਦੀ ਗੱਲ ਮੰਨਣਾ। ਜਦੋਂ ਇਹ ਗੱਲ ਮਾਂ ਨੂੰ ਪਤਾ ਲੱਗੀ ਤਾਂ ਮਾਂ ਨੇ ਮੇਰਾ ਵਿਆਹ ਕਰ ਦਿੱਤਾ, ਪਰ ਉਸਦੇ ਭਾਣਜੇ ਨੇ ਉਸ ਦਾ ਪਿੱਛਾ ਨਹੀਂ ਛੱਡਿਆ। ਕਦੀ ਉਸਦੇ ਸਹੁਰੇ ਆਉਂਦਾ ਤੇ ਕਦੇ ਕੁਝ ਕਰਦਾ। ਉਸਨੂੰ ਸਖਤੀ ਨਾਲ ਮਨ੍ਹਾ ਕਰ ਰੱਖਿਆ ਸੀ ਕਿ ਤੂੰ ਆਪਣੇ ਸ਼ਹਿਰ ਨਹੀਂ ਜਾਣਾ। ਮੇਰੀ ਘਰਵਾਲੀ ਹੁਣ 2 ਹਿੱਸਿਆਂ ਵਿੱਚ ਵੰਡੀ ਗਈ ਸੀ। ਉਹ ਸ਼ਖਸ ਦੀਆਂ ਗੱਲਾਂ ਵੀ ਮੰਨਦੀ ਤੇ ਮੇਰੇ ਘਰ ਵਿੱਚ ਵੀ ਖੁਸ਼ ਰਹਿੰਦੀ ਸੀ, ਆਪਣਾ ਗਮ ਕਿਸੇ ਤੇ ਜ਼ਾਹਰ ਨਾ ਹੋਣ ਦਿੰਦੀ। ਫਿਰ ਇੱਕ ਦਿਨ ਉਸਦੀ ਖਾਲਾ ਨੇ ਇੱਕ ਅਨੋਖੀ ਫਰਮਾਇਸ਼ ਕਰ ਦਿੱਤੀ ਕਿ ਤੂੰ ਮਰਨ ਦਾ ਨਾਟਕ ਕਰ, ਉਸ ਤੋਂ ਬਾਅਦ ਮੈਂ ਤੈਨੂੰ ਇੱਥੋਂ ਲੈ ਜਾਊਂਗਾ। ਤੂੰ ਮੇਰੀ ਘਰਵਾਲੀ ਬਣ ਕੇ ਰਹੇਂਗੀ। ਉਸ ਬੇਵਕੂਫ ਨੂੰ ਇੰਨਾ ਵੀ ਨਹੀਂ ਪਤਾ ਸੀ ਕਿ ਇੱਕ ਸ਼ਖਸ ਦੇ ਨਾਲ ਨਿਕਾਹ ਹੁੰਦੇ ਹੋਏ ਦੂਜੇ ਨਾਲ ਨਿਕਾਹ ਨਹੀਂ ਹੋ ਸਕਦਾ। ਮੇਰੀ ਘਰਵਾਲੀ ਉਸ ਦੇ ਕਹਿਣੇ ਦੇ ਮੁਤਾਬਕ ਨਾਟਕ ਕੀਤਾ। ਖੁਦਾ ਜਾਣੇ ਨਾਟਕ ਉਸਨੇ ਇੰਨੀ ਚੰਗੀ ਤਰ੍ਹਾਂ ਕਿੱਦਾਂ ਕੀਤਾ। ਜਿੱਦਾਂ ਮੇਰੀ ਘਰਵਾਲੀ ਦੇ ਮਰਨ ਦਾ ਪਤਾ ਲੱਗਿਆ ਤਾਂ ਉਸਦੇ ਪੇਕੇ ਸਾਰੇ ਉੱਥੇ ਆ ਗਏ। ਸ਼ਾਇਦ ਉਸਨੂੰ ਜਲਦੀ ਦਫ਼ਨਾਉਣ ਦੀ ਵੀ ਇਹੀ ਵਜ੍ਹਾ ਸੀ। ਸਭ ਦੇ ਪਿੱਛੇ ਉਹੀ ਆਦਮੀ ਖੜਾ ਸੀ। ਉਸਨੇ ਸਭ ਨੂੰ ਪੈਸੇ ਜੋ ਖਿਲਾਏ ਸੀ, ਹੁਣ ਮੇਰੀ ਘਰਵਾਲੀ ਨੂੰ ਪੈਸਾ ਕਮਾਉਣ ਦਾ ਜ਼ਰੀਆ ਬਣਾ ਚੁੱਕਾ ਸੀ। ਉਹ ਮੇਰੇ ਖਿਆਲ ਮੇਰੇ ਤੇ ਅਤੇ ਉਸ ਤੇ ਜ਼ੁਲਮ ਵੀ ਕਰਦਾ ਸੀ। ਘਰਵਾਲੀ ਆਪਣੇ ਖਾਨਦਾਨ ਵਾਲੇ ਲੋਕਾਂ ਨੂੰ ਨਜ਼ਰ ਮਿਲਾਉਣ ਦੇ ਕਾਬਿਲ ਵੀ ਨਹੀਂ ਰਹੀ, ਇਸ ਲਈ ਉਸ ਦੀਆਂ ਗੱਲਾਂ ਮੰਨਦੀ ਚਲੀ ਗਈ ਤੇ ਦਲਦਲ ਵਿੱਚ ਫਸੀ ਰਹੀ। ਆਪਣੇ ਤੋਂ ਦੂਰ ਕਰਨ ਦੀ ਬਜਾਏ ਹੌਸਲਾ ਦਿੱਤਾ ਤੇ ਕਿਹਾ, ਜੇ ਤੂੰ ਇਸ ਦਲਦਲ 'ਚੋਂ ਨਿਕਲਣਾ ਚਾਹੁੰਦੀ ਹੈ ਤਾਂ ਮੈਂ ਤੇਰੇ ਨਾਲ ਖੜਾ ਹਾਂ। ਮੈਂ ਤਾਂ ਆਪ ਉਸ ਨੂੰ ਦੇਖਾਂਗਾ ਤੇ ਕਾਨੂੰਨ ਦੇ ਹਵਾਲੇ ਕਰ ਦੇਵਾਂਗਾ, ਚਾਹੇ ਤੇਰੀਆਂ ਕਿੰਨੀਆਂ ਹੀ ਫੋਟੋਆਂ ਉਸ ਕੋਲ ਕਿਉਂ ਨਾ ਹੋਣ, ਚਾਹੇ ਉਹ ਸਾਰੀ ਦੁਨੀਆ ਨੂੰ ਦਿਖਾ ਦੇਵੇ, ਪਰ ਮੈਂ ਹੁਣ ਤੈਨੂੰ ਉਸ ਨੂੰ ਇਸਤੇਮਾਲ ਨਹੀਂ ਕਰਨ ਦੇਵਾਂਗਾ। ਮੈਂ ਉਸ ਇਨਸਾਨ ਨੂੰ ਅੰਜਾਮ ਤੱਕ ਪਹੁੰਚਾਉਣ ਲਈ ਇਰਾਦਾ ਕਰ ਲਿਆ ਸੀ ਤੇ ਮੈਂ ਆਪਣੀ ਘਰਵਾਲੀ ਦਾ ਸਾਥ ਨਹੀਂ ਛੱਡਿਆ, ਕਿਉਂਕਿ ਜੋ ਲੋਕ ਆਪਣੀ ਘਰਵਾਲੀ ਦਾ ਹੱਥ ਇਕੱਲੇ ਛੱਡ ਦਿੰਦੇ ਨੇ, ਉਹ ਮਰਦ ਕਹਾਉਣ ਦੇ ਕਦੀ ਕਾਬਿਲ ਨਹੀਂ ਹੁੰਦੇ।